वाहिगुरु 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 वाहिगुरु। हर दिन हर सिमरन मेरे पास, हर दिन हर सिमरन मेरे पास, हर दिन हर सिमरन मेरे पास। कोट जन्म की मल लह जाई, कोट जन्म की मल लह जाई। हर दिन हर सिमरन मेरे पास, हर दिन हर सिमरन मेरे पास। प्रभ के चरण मन माहे ध्यान, प्रभ के चरण मन माहे ध्यान। सगल तीरथ मज्जन इशनान, सगल तीरथ मज्जन इशनान। कोट जन्म की, कोट जन्म की मल ले जाई, कोट जन्म की मल ले जाई। हर दिन हर सिमरन मेरे पास, हर दिन हर सिमरन मेरे पास। हर की कथा हृदय माहे बसाई, हर की कथा हृदय माहे बसाई। मन बाशत सगले फल पाई,
हर दिन हर सिमरन मेरे पास, हर दिन हर सिमरन मेरे पास। नानक पूरा पाया, पूरे के गुण गाओ, पूरे के गुण गाओ, पूरे के गुण गाओ, पूरे के गुण गाओ। वाहिगुरु 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 वाहिगुरु। कहो नानक सही जन पूरे, जिन्ना परापत साधु तूरे। कोट जन्म की मल ले जा, हर दिन हर सिमरन मेरे पाई, हर दिन हर सिमरन मेरे पाई, सिमरन मेरे पाई, सिमरन मेरे पाई, सिमरन मेरे पाई, सिमरन मेरे पाई। हर दिन हर सिमरन मेरे पाई, हर दिन हर सिमरन मेरे पाई, सिमरन मेरे पाई, सिमरन मेरे पाई। वाहिगुरु जी। प्रभु डोरी हाथ तुम्हारे, प्रभु
प्रभ डोरी हाथ जी जंत तेरे तारे जी जंत तेरे तारे प्रभ डोरी हाथ तुम्हारे प्रभ डोरी हाथ डोरी हाथ तुम्हारे प्रभ डोरी हाथ जी जंत तेरे तारे जी जंत तेरे तारे प्रभ डोरी हाथ तुम्हारे प्रभ डोरी हाथ तुम्हारे प्रभ डोरी हाथ तुम्हारे प्रभ डोरी हाथ सोई कराए जो तुझ भावे सोई कराए जो तुझ भावे मोहे सियानप कछु न आवे मोहे सियानप कछु न आवे जी जंत तेरे तारे जी जंत तेरे तारे प्रभ डोरी हाथ तुम्हारे
ਜੇ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ। ਜਗਤ ਦੀ ਸਾਰੀ ਡੋਰੀ ਉਸ ਨਿਰੰਕਾਰ ਵਾਹਿਗੁਰੂ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਸਾਰਿਆਂ ਦੀ ਨੱਕ ਵਿੱਚ ਉਹਨੇ ਨੱਥ ਪਾਈ ਹੋਈ ਹੈ। ਇਸ ਜੀਵ ਜੰਤ ਮਨੁੱਖ ਨੂੰ ਕਾਬੂ ਕੀਤਾ ਹੋਇਆ ਹੈ। ਨਹੀਂ ਤੇ ਮਨੁੱਖ ਦਾ ਹੰਕਾਰ ਦੁਨੀਆ ਨੂੰ ਕੁਚਲ ਕੇ ਰੱਖ ਸਕਦਾ ਹੈ। ਮੌਕਸਾ ਤੁੰਗ ਵਰਗੇ 2.5 ਕਰੋੜ ਬੰਦਾ ਮਾਰ ਦਿੰਦੇ ਨੇ। ਹਿਟਲਰ ਵਰਗੇ 3 ਕਰੋੜ ਬੰਦਾ ਮਾਰ ਦਿੰਦੇ ਨੇ। ਸਿਕੰਦਰ ਵਰਗੇ ਜਿੱਧਰੋਂ ਲੰਘਦੇ ਸੀ ਦੁਨੀਆ ਨੂੰ ਲਤਾੜੀ ਜਾਂਦੇ ਸੀ, ਮਾਰੀ ਜਾਂਦੇ ਸੀ। ਪਰ ਉਸ ਨਿਰੰਕਾਰ ਨੇ, ਉਸ ਪਰਿਪੂਰਨ ਪਰਮਾਤਮਾ ਨੇ, ਵਾਹਿਗੁਰੂ ਨੇ ਉਹਨਾਂ ਨੂੰ ਵੀ ਇੱਕ ਦਿਨ ਮੋੜ ਕੇ ਰੱਖ ਦਿੱਤਾ ਸੀ ਕਿ ਤੁਹਾਡੀ ਸਵਾਸਾਂ ਦੀ ਡੋਰੀ ਦੀ ਪਕੜ ਕਿਸੇ ਹੋਰ ਕੋਲ ਹੈ। ਸਵਾਸਾਂ ਨੂੰ ਕਿਸੇ ਹੋਰ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਸਰੀਰ 'ਚ ਸਵਾਸ ਚੱਲ ਰਹੇ ਨੇ, ਇਹ ਨਿਰੰਕਾਰ ਦੇ ਹੁਕਮ ਅੰਦਰ ਹੈ। ਤੇ ਸਵਾਸਾਂ ਨੂੰ ਇਸ ਭਾਂਡੇ 'ਚੋਂ ਮੁਕਾ ਦੇਣਾ ਨਿਰੰਕਾਰ ਦੇ ਹੱਥ ਹੈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵਿਖ। ਕਹਿੰਦੇ ਆਪ ਹੀ ਘੱਲਦਾ ਤੇ ਜਗਤ ਤੋਂ ਸੱਦਦਾ ਵੀ ਆਪ ਹੀ ਹੈ। ਆਪ ਹੀ ਜਗਤ ਦੀ ਯਾਤਰਾ ਕਰਾ ਦਿੰਦਾ ਹੈ ਤੇ ਆਪ ਹੀ ਜਗਤ ਦੀ ਯਾਤਰਾ ਨੂੰ ਮੁਕਾ ਦਿੰਦਾ ਹੈ। ਧੰਨ ਸਰਿੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੈ ਲਾਇਆ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅਲਾਣੀਆਂ ਦੀ ਬਾਣੀ ਅੰਦਰ, ਕਹਿੰਦੇ ਤੂੰ ਧੰਨ ਹੈ ਜਿਨੇ ਸਾਰੇ ਜਗਤ ਨੂੰ ਸਿਰਜਿਆ ਹੋਇਆ ਤੇ ਸਾਰੇ ਜਗਤ ਨੂੰ ਫਿਰ ਧੰਦੇ ਤੇ ਵੀ ਲਾਇਆ ਹੋਇਆ। ਸਾਰਾ ਜਗਤ ਤੇਰੇ ਕੋਲ ਹੈ। ਕਹਿੰਦੇ ਜਿਸ ਦਿਨ ਮੋਹਲਤ ਪੁੱਗ ਗਈ ਨਾ, ਭਾਵ ਸਮਾਂ ਪੂਰਾ ਹੋ ਗਿਆ। ਦੇਖੋ ਸਮਾਂ ਸਾਰਿਆਂ ਦਾ ਹੀ ਪੂਰਾ ਹੋਣਾ ਹੈ। ਅਸੀਂ ਇਹ ਨਾ ਸੋਚੀਏ ਕਿ ਇੱਥੇ ਰਾਵਣ ਵਰਗੇ ਵੀ ਭਾਵੇਂ ਕਹਿੰਦੇ ਸੀ ਸਮਾਂ ਹੀ ਸਾਡੀ ਗਿਰਫਤ ਦੇ ਅੰਦਰ ਹੈ, ਸਮਾਂ ਹੀ ਨਹੀਂ ਮੁੱਕੇਗਾ ਤੇ ਮੌਤ ਹੀ ਨਹੀਂ ਆਏਗੀ। ਜੇ ਸਮਾਂ ਹੀ ਨਾ ਹੋਵੇ ਤੇ ਬੰਦਾ ਮਾਰ ਹੀ ਨਹੀਂ ਸਕਦਾ, ਜੇ ਸਮੇਂ ਦੀ ਗਿਣਤੀ ਨਾ ਹੋਵੇ ਤੇ। ਪਰ ਨਿਰੰਕਾਰ ਨੇ ਉਹਨਾਂ ਨੂੰ ਵੀ ਖਤਮ ਕਰ ਦਿੱਤਾ। ਇੱਕ ਨਹੀਂ, ਇੱਥੇ ਗਿਣਤੀ ਬੜਿਆਂ ਦੀ ਹੈ। ਕਈਆਂ ਦਾ ਜ਼ਿਕਰ ਤੇ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੈ, ਜਿਹੜੇ ਕਹਿੰਦੇ ਸੀ ਕਾਲ ਸਾਡੇ ਤੇ ਹਾਵੀ ਨਹੀਂ ਹੋ ਸਕਦਾ। ਅੱਜ ਵੀ ਬੰਦੇ ਦਾ ਹੰਕਾਰ ਹੈ ਨਾ, ਬੰਦਾ ਕਦੋਂ ਕਹਿੰਦਾ ਕਿ ਮੈਂ ਮੁੱਕ ਜਾਣਾ, ਕਦੇ ਵੀ ਨਹੀਂ ਮੰਨਦਾ ਇਹ ਗੱਲ ਕਿ ਮੈਂ ਮਿਟ ਜਾਣਾ। ਮੁੱਖੋਂ ਹਲਾਏ ਹੱਬ ਮਰਨ ਪਛਾਣ ਦੋ ਨਾ ਕੋਈ, ਜਿੰਨਾ ਯਕੀਨਾ ਹਿੱਕ ਸਿਉ। ਮਹਾਰਾਜ ਜੀ ਕਹਿੰਦੇ ਮੁੱਖੋਂ ਤੇ ਸਾਰੀ ਦੁਨੀਆ ਹੀ ਕਹਿੰਦੀ ਹੈ ਮਰ ਜਾਣਾ, ਮਰ ਜਾਣਾ, ਚਲੇ ਜਾਣਾ, ਤਨ ਨਾਸ ਹੈ, ਖਤਮ ਹੋ ਜਾਣੇ, ਤੇ ਸਾਰੇ ਅਲਾਪ ਰਹੇ ਨੇ। ਪਰ ਸਤਿਗੁਰੂ ਕਹਿੰਦੇ ਕੋਈ ਵਿਰਲਾ ਹੀ ਯਕੀਨ ਕਰਦਾ ਕਿ ਵਾਕਈ ਖਤਮ ਹੋ ਜਾਣਾ। ਮੁੱਖੋਂ ਹਲਾਹੇ ਹੱਬ ਮਰਨ, ਹੱਬ ਤੋਂ ਭਾਵ ਮੈਂ, ਮੂੰਹ ਤੋਂ ਸਾਰੇ ਆਖ ਰਹੇ ਆ ਕਿ ਮੁੱਕ ਜਾਣਾ। ਕਿਸੇ ਪ੍ਰਾਣੀ ਦੇ ਮਗਰ ਸੰਸਕਾਰ ਤੇ ਵੀ ਜਾਈਏ ਉਦੋਂ ਇਹੋ ਹੀ ਗੱਲ ਕਹਿੰਦੇ ਆ ਨਾ ਕਿ ਅੱਜ ਇਹ ਸੜ ਰਿਹਾ, ਕੱਲ ਸਾਡੀ ਵੀ ਵਾਰੀ ਹੈ। ਕਬੀਰ ਸਾਹਿਬ ਨੇ ਵੀ ਕਿਹਾ ਨਾ, ਚੋਵਾ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ। ਕਹਿੰਦੇ ਸਰੀਰ ਨੂੰ ਜਿੰਨੇ ਮਰਜੀ ਚੰਦਨ ਲਾ ਲੈ, ਪਰਫਿਊਮ ਲਾ ਲੈ, ਤੂੰ ਮਰਦਨ ਅੰਗਾ, ਸਰੀਰ ਦੀ ਮਾਲਿਸ਼ ਵੀ ਕਰਵਾ ਲੈ। ਸਰੀਰ ਨੂੰ ਇਸ਼ਟ ਪੁਸ਼ਟ ਰੱਖਣ ਵਾਸਤੇ ਕਈ ਦਵਾਈਆਂ ਦੀ ਵੀ ਵਰਤੋਂ ਕਰ ਲੈ, ਪਰ ਯਾਦ ਰੱਖੀ ਜਿਸ ਦਿਨ ਉਹਦੇ ਘਰੋਂ ਸਵਾਸਾਂ ਦੀ ਦਵਾਈ ਮੁੱਕ ਗਈ ਤੇ ਘਰਦਿਆਂ ਨੇ ਲੱਕੜਾਂ ਵਿੱਚ ਰੱਖ ਕੇ ਸਾੜ ਜਾਣਾ। ਚੋਆ ਚੰਦਨ ਮਰਦਨ ਅੰਗਾ,
ਸੋ ਤਨ ਜਲੈ। ਤੱਤਾ ਪੜਨਾ ਇੱਥੇ ਧਿਆਨ ਚ ਰੱਖਣਾ, ਕਿਉਂਕਿ ਤੱਤਾ ਤੇ ਧੱਦਾ ਜਿਹੜਾ ਮੇਲ ਖਾਂਦਾ ਹੈ, ਝੱਜਾ ਤੇ ਜੱਜਾ ਮੇਲ ਖਾਂਦਾ, ਨੰਨਾ ਤੇ ਨਾਣਾ ਮੇਲ ਖਾਂਦਾ। ਇਹ ਸ਼ਬਦਾਂ ਦੀ ਆਵਾਜ਼ ਨਾ ਸੇਮ ਨਿਕਲਦੀ ਹੈ, ਪਰ ਇਹਨਾਂ ਦਾ ਉਚਾਰਨ ਜਿਹੜਾ, ਜਿਵੇਂ ਤੱਤਾ ਪੜਨਾ, ਇਹਨੂੰ ਜੀਭ ਨੂੰ ਦਗਲੇ ਦੰਦਾਂ ਦੀ ਬੈਕ ਸਾਈਡ ਦੇ ਨਾਲ ਜੋੜ ਕੇ ਫਿਰ ਉਚਾਰਨ ਕਰਨਾ। ਤਨ ਫਿਰ ਨਿਕਲੇਗਾ, ਨਹੀਂ ਤੇ ਧਨ ਨਿਕਲ ਜਾਏਗਾ। ਧਨ ਥੋੜਾ ਬੈਲੈਂਸ ਸ਼ਬਦ ਹੈ, ਗਲੇ 'ਚ ਗ੍ਰਾਮ ਰੱਖ ਕੇ ਉਹਦਾ ਭਾਵ ਹੁੰਦਾ ਮਾਇਆ, ਖਰਚ ਕਰਨ ਵਾਲੀ ਮਾਇਆ। ਤਨ ਪੜੋਗੇ ਤੇ ਪ੍ਰੇਮ ਦੇ ਨਾਲ, ਮੁਲਾਇਮ ਤਰੀਕੇ ਨਾਲ। ਤਨ ਦਾ ਅਰਥ ਨਿਕਲੇਗਾ ਸਰੀਰ, ਜਿਹਨੂੰ ਗ੍ਰਹਿ ਵੀ ਕਿਹਾ, ਕਾਇਆ ਵੀ ਕਿਹਾ, ਸਰੀਰ ਵੀ ਕਿਹਾ। ਇਹਨੂੰ ਕਈ ਰੂਪ ਦਿੱਤੇ ਨੇ ਤੇ ਸਾਰੇ ਰੂਪਾਂ ਵਿੱਚ ਸਮਾਪਤੀ ਕਿੱਥੇ ਹੈ ਕਿ ਸਰੀਰ ਤੂੰ ਇੱਕ ਦਿਨ ਮੁੱਕ ਜਾਣਾ ਹੈ, ਤੇਰੀ ਸੀਮਾ ਖਤਮ ਹੈ, ਤੇਰਾ ਸਮਾਂ ਹੱਦ ਬੰਨੇ ਦੇ ਅੰਦਰ ਹੈ। ਕਹਿੰਦੇ ਚੋਵਾ ਚੰਦਨ ਮਰਦਨੇ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਕਹੋ ਕਬੀਰ ਸੁਨਹੁ ਰੇ ਗੁਣੀਆਂ। ਕਹਿੰਦੇ ਉਹ ਗੁਣਾ ਵਾਲਿਓ ਸੁਣ ਲਓ। ਕਹਿੰਦੇ ਜਿਹੜੇ ਸਿਮਰਨ ਕਰਦੇ ਹੋ, ਬੰਦਗੀ ਕਰਦੇ ਹੋ, ਜੇ ਤੁਸੀਂ ਸੁਣੋਗੇ ਤੇ ਦੂਸਰਿਆਂ ਨੂੰ ਵੀ ਦੱਸ ਦਿਓਗੇ, ਕਿਉਂਕਿ ਇਹ ਜਿਹੜਾ ਰੂਪ ਦਿਸਦਾ ਇਹ ਸਦਾ ਨਹੀਂ ਰਹਿਣ ਵਾਲਾ ਹੈ। ਜਿਹੜਾ ਰੂਪ ਦਿਸ ਰਿਹਾ ਹੈ ਨਾ, ਹੁਣ ਅਸੀਂ ਆਖੀ ਉਹ ਬਚਪਨ ਆ ਜੇ, ਨਹੀਂ ਆ ਸਕਦਾ। ਬਜ਼ੁਰਗ ਆਖੇ ਜਵਾਨੀ ਆ ਜੇ, ਨਹੀਂ ਆ ਸਕਦੀ। ਇੱਕ ਫੁੱਲ ਖਿੜਦਾ ਹੈ ਨਾ ਸਵੇਰੇ, ਬੜਾ ਸੋਹਣਾ ਉਹਦਾ ਆਕਾਰ ਹੈ, ਬੜੀ ਸੋਹਣੀ ਉਹਦੇ 'ਚ ਖੁਸ਼ਬੂ ਹੈ, ਦਿਸਣ ਵਿੱਚ ਬੜਾ ਸੋਹਣਾ ਲੱਗਦਾ ਹੈ। ਤੇ ਜਦੋਂ ਸ਼ਾਮ ਪੈਂਦੀ ਹੈ, ਨਾ ਉਹਦੇ ਕੋਲ ਰੂਪ ਰਿਹਾ, ਨਾ ਉਹਦੇ ਕੋਲ ਸੁਗੰਧੀ ਰਹੀ, ਨਾ ਉਹਦੇ ਕੋਲ ਆਕਾਰ ਰਿਹਾ। ਹੁਣ ਰਾਈ ਪੁੱਛਦਾ ਕਿ ਜਿਹੜੀ ਸਵੇਰੇ ਖੁਸ਼ਬੂ ਸੀ ਉਹ ਕਿੱਥੇ ਚਲੀ ਗਈ? ਫੁੱਲ ਦਾ ਇੱਕੋ ਹੀ ਜਵਾਬ ਹੈ, ਜਿੱਥੋਂ ਆਈ ਸੀ ਉੱਥੇ ਚਲੀ ਗਈ। ਫਿਰ ਪੁੱਛਦਾ ਤੇਰਾ ਰੂਪ ਕਿੱਥੇ ਗਿਆ? ਹੁਣ ਬਜ਼ੁਰਗ ਆਖੇ ਉਹ ਜਵਾਨੀ ਵਾਲਾ ਰੂਪ। ਹੁਣ ਕਿਹਨੂੰ ਦੋਸ਼ ਦਵੇ? ਕਿੱਥੇ ਜਵਾਨੀ ਚਲੀ ਗਈ? ਜਿੱਥੋਂ ਆਈ ਸੀ ਉੱਥੇ ਚਲੀ ਗਈ। ਹੁਣ ਸਵੇਰੇ ਫੁੱਲ ਖਿੜਿਆ ਹੈ, ਬੜਾ ਸੋਹਣਾ ਵੈ, ਜਦੋਂ ਸ਼ਾਮ ਪੈਂਦੀ ਹੈ ਉਹੋ ਹੀ ਫੁੱਲ ਮੁਰਝਾਇਆ ਦਿਸਦਾ ਹੈ। ਮਹਾਰਾਜ ਜੀ ਕਹਿੰਦੇ ਯਾਦ ਰੱਖੀ, ਸਿਰ ਕੰਪਿਓ ਪੱਗ ਡਗ ਮਗੇ, ਨੈਣ ਜੋਤ ਤੇ ਹੀਨ। ਇੱਕ ਦਿਨ ਆਉਣਾ, ਅਕਾਲ ਪੁਰਖ ਨੇ ਅੱਖਾਂ 'ਚ ਪਾਣੀ ਲੈ ਆਉਣਾ ਹੈ। ਚਲੋ ਜਵਾਨੀ ਵੇਲੇ ਤੇ ਕੋਈ ਖੁਸ਼ੀ ਗਮੀ ਦਾ ਪਤਾ ਲੱਗੇਗਾ ਤੇ ਅੱਖਾਂ 'ਚ ਹੰਝੂ ਆ ਜਾਣਗੇ। ਬਾਬਾ ਭੀਖਨ ਜੀ ਵੀ ਆਖਦੇ ਆ ਨਾ, ਨੈਣੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁੱਧਵਾਨੀ। ਰੁੱਧਾ ਕੰਠ ਸ਼ਬਦ ਨਹੀਂ ਉਚਰ। ਸ਼ਬਦ ਪ੍ਰੇਮ ਨਾਲ ਕਹਿਣਾ, ਸ਼ਬਦ ਨਹੀਂ ਸ਼ਬਦ। ਅਬ ਕਿਆ ਕਰੇ ਪ੍ਰਾਨੀ, ਨੰਨਾ ਪੜਨਾ ਨਾਣਾ ਨਹੀਂ, ਉਹ ਪ੍ਰਾਣੀ ਨਿਕਲ ਜਾਏਗਾ, ਨਾ ਘੁੱਟ ਕੇ ਸ਼ਬਦ ਹੈ। ਕਹਿੰਦੇ ਹੁਣ ਕੀ ਕਰੇਗਾ? ਹੁਣ ਤੇ ਸਿਰ ਕੰਬਿਓ, ਹੁਣ ਤੇ ਤੇਰਾ ਸਿਰ ਕੰਬ ਰਿਹਾ ਭਾਈ। ਹੁਣ ਜਿਹੜੇ ਪੈਰਾਂ ਨਾਲ ਤੂੰ ਹਜ਼ਾਰਾਂ ਕਿਲੋਮੀਟਰ ਪੈਂਡਾ ਤੁਰ ਕੇ ਹੀ ਕਰ ਦਿੰਦਾ ਸੀ। ਆ ਪਹਿਲੇ ਸਾਡੇ ਬਜ਼ੁਰਗ ਬੈਠੇ ਨੇ, ਕੋਈ ਸਾਧਨ ਨਹੀਂ ਸੀ ਤੇ ਹਜ਼ਾਰਾਂ ਕਿਲੋਮੀਟਰ ਜ਼ਿੰਦਗੀ 'ਚ ਪੈਂਡਾ ਤੁਰ ਕੇ ਤੈਅ ਕਰ ਦਿੱਤਾ। ਚਲੋ ਹੁਣ ਤੇ ਬੱਚਿਆਂ ਨੂੰ ਕਿਲੋਮੀਟਰ ਵੀ ਤੁਰਨਾ ਔਖਾ ਹੈ। ਪਹਿਲੇ ਬਜ਼ੁਰਗ ਤੁਸੀਂ ਬੈਠੇ ਹੋ, ਕਿੰਨਾ ਕਿੰਨਾ ਕਿਲੋਮੀਟਰ ਕੋਹਾਂ ਦੇ ਹਿਸਾਬ ਨਾਲ ਪੈਂਡਾ ਸੀ। ਕਹਿੰਦੇ ਉਹ ਪੈਰਾਂ ਵੱਲ ਝਾਤੀ ਜ਼ਰੂਰ ਮਾਰੀ, ਇੱਕ ਦਿਨ ਆਉਣਾ ਸਿਰ ਕੰਬਣਾ, ਪੈਰ ਧਰਤੀ ਤੇ ਡੱਗ ਮਗਾਉਣੇ ਨੇ, ਤੇ ਜਿਹੜੀਆਂ ਅੱਖਾਂ ਦਾ ਮਾਣ ਕਰਦਾ ਉਹਨਾਂ ਵੀ ਇੱਕ ਦਿਨ ਤੇਰੇ ਚੋਂ ਰੋਸ਼ਨੀ ਘਟ ਜਾਣੀ। ਹੁਣ ਸਵਾਸਾਂ ਰੂਪੀ ਪਰਮਾਤਮਾ ਨੇ ਜਿਹੜੇ ਦਮ ਦਿੱਤੇ ਨੇ, ਦੇਖੋ ਬਗੈਰ ਅਜ ਜਾਤ ਖੁਦਾ ਦਮ ਕੀ ਗੁਜਸਤ। ਭਾਈ ਨੰਦ ਲਾਲ ਜੀ, ਭਾਈ ਨੰਦ ਲਾਲ ਜੀ ਕਹਿੰਦੇ ਜਿਹੜਾ ਦਮ ਉਹਦੀ ਯਾਦ ਤੋਂ ਬਿਨਾਂ ਗੁਜ਼ਰਦਾ ਹੈ ਨਾ। 10ਵੇਂ ਪਾਤਸ਼ਾਹ ਜੀ ਨੇ ਪ੍ਰਸ਼ਨ ਕੀਤਾ ਕਿ ਨੰਦ ਲਾਲ ਜੀ ਦੱਸੋ ਉਹ ਦਮ ਕਿਹੜਾ ਚੰਗਾ ਹੈ? ਉਹ ਦਮ ਜਿਸ ਦਮ ਵਿੱਚ ਖੁਸ਼ੀ ਮਿਲ ਜਾਵੇ, ਤੇ ਉਹ ਦਮ ਮਾੜਾ ਕਿਹੜਾ? ਜਿਸ ਦਮ ਵਿੱਚ ਦੁੱਖ ਮਿਲ ਜਾਵੇ। ਹੁਣ ਸਾਡੀ ਬਹੁਤਿਆਂ ਦੀ ਜ਼ਿੰਦਗੀ ਤੇ ਇਸੇ ਤਰ੍ਹਾਂ ਦੀ ਹੈ ਕਿ ਜਿਹੜਾ ਸਵਾਸ ਆਉਂਦਾ ਉਹਦੇ ਨਾਲ ਹੀ ਚਿੰਤਾ ਲੱਗੀ ਹੋਈ ਹੈ। ਕੋਈ ਇੱਕ ਪੁੱਤਰ ਨੂੰ ਤਰਸ ਰਿਹਾ, ਜਿਨ੍ਹਾਂ ਦੇ 4 ਨੇ ਉਹ ਵੀ ਚਿੰਤਾ ਵਿੱਚ ਡੁੱਬੇ ਪਏ ਨੇ।
ਕੋਈ ਬਾਹਰੋਂ ਸਰੀਰ ਕਰਕੇ ਇਸ਼ਟ ਪੁਸ਼ਟ ਦਿਸਦਾ, ਉਹਦੇ ਅੰਦਰੋਂ ਝਾਤੀ ਮਾਰੋ ਤੇ ਉਹ ਸੋਗੀ ਹੋਇਆ ਪਿਆ। ਕੋਈ ਆਖਦਾ ਪਰਿਵਾਰ ਸੋਹਣਾ ਮਿਲ ਜਾਵੇ, ਜਿਨ੍ਹਾਂ ਕੋਲ ਹੈਗੇ ਉਹ ਵੀ ਚਿੰਤਾ ਵਿੱਚ ਨੇ, ਰੋਂਦੇ ਪਏ ਨੇ, ਵਿਲਕ ਰਹੇ ਨੇ, ਬੰਦਾ ਚਿੰਤਾ ਵਿੱਚ ਹੈ। ਜਿਹੜਾ ਦਮ ਆਇਆ ਉਹ ਚਿੰਤਾ ਵਿੱਚ ਹੈ, ਜਿਹੜਾ ਦਮ ਦੇ ਨਾਲ ਸਿਮਰਨ ਜੁੜ ਗਿਆ, ਯਾਦ ਰੱਖਿਓ ਉਹ ਚਿੰਤਨ ਵਿੱਚ ਹੈ। ਜੇ ਚਿੰਤਾ ਕਰਾਂਗੇ ਤੇ ਰੋਗੀ ਹੋ ਜਾਵਾਂਗੇ, ਸੱਚ ਜਾਣਿਓ ਜੇ ਚਿੰਤਨ ਕਰਾਂਗੇ ਤੇ ਰੋਗਾਂ ਤੋਂ ਮੁਕਤ ਹੋ ਜਾਵਾਂਗੇ। ਚਿੰਤਾ ਮੜੀ ਬਰਾਬਰ ਤੇ ਚਿੰਤਨ ਸ਼ਮਸ਼ਾਨ ਤੋਂ ਬਾਹਰ ਕੱਢ ਕੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਹੈ। ਜਿਸ ਦਿਨ ਚਿੰਤਨ ਕੀਤਾ ਦੁਖੀ ਹੋ ਕੇ ਵੀ ਸੁਖ ਨਜ਼ਰ ਆਏਗਾ, ਜਿਸ ਦਿਨ ਚਿੰਤਾ ਕੀਤੀ ਸੁਖ ਕਰਕੇ ਵੀ ਰੋਂਦੇ ਹੀ ਰਵਾਂਗੇ। ਹੁਣ ਦੇਖੋ ਭਾਈ ਨੰਦ ਲਾਲ ਜੀ ਕਹਿੰਦੇ ਅਕਾਲ ਪੁਰਖ ਦੀ ਯਾਦ ਤੋਂ ਬਿਨਾਂ ਜਿਹੜਾ ਦਮ ਲੰਘਦਾ ਹੈ ਨਾ, ਦਸਵੇਂ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਂ ਤੁਹਾਡਾ ਨਿਮਾਣਾ ਜਿਹਾ ਕਵੀ ਹਾਂ। ਜਿਹੜਾ ਦਮ ਤੁਹਾਡੀ ਯਾਦ ਤੋਂ ਬਿਨਾਂ ਲੰਘਦਾ ਹੈ, ਕਿਉਂਕਿ ਬਗਾਰ ਅਜ ਯਾਦ ਖੁਦਾ ਦਮ ਕੇ ਗੁਜਸਤ, ਅਲਗਿਆਜ ਅਜ ਗਲਫ ਤੇ ਮੈਂ ਅਲਗਿਆਲ। ਕਹਿੰਦੇ ਸੱਚ ਹੈ ਸਤਿਗੁਰੂ ਜੀ, ਜਿਹੜਾ ਦਮ ਤੁਹਾਡੀ ਯਾਦ ਤੋਂ ਲੰਘਿਆ ਉਹ ਮੈਨੂੰ ਰਵਾ ਕੇ ਜਾਂਦਾ ਹੈ, ਤੇ ਜਿਹੜਾ ਦਮ ਤੁਹਾਡੀ ਯਾਦ ਵਿੱਚ ਲੰਘ ਗਿਆ ਉਹ ਮੈਨੂੰ ਰੋਂਦੇ ਨੂੰ ਵੀ ਹੱਸਾ ਕੇ ਚਲਿਆ ਜਾਂਦਾ ਹੈ। ਜਿਹੜਾ ਦਮ ਤੁਹਾਡੀ ਯਾਦ ਤੋਂ ਬਿਨਾਂ ਮੈਂ, ਉਹ ਮੈਨੂੰ ਦੁਖੀ ਕਰਦਾ ਹੈ, ਤੇ ਜਿਸ ਦਮ ਨੇ ਤੁਹਾਡਾ ਸਿਮਰਨ ਕਰ ਲਿਆ, ਜਿਸ ਦਮ ਨੇ ਵਾਹਿਗੁਰੂ ਕਹਿ ਲਿਆ, ਜਿਸ ਦਮ ਨੇ ਅੱਲਾ ਕਹਿ ਲਿਆ, ਜਿਸ ਦਮ ਨੇ ਖੁਦਾ ਕਹਿ ਲਿਆ, ਸੱਚ ਹੈ ਸਤਿਗੁਰੂ, ਉਹ ਦਮ ਜਿਹੜਾ ਵੈ ਉਹ ਮੈਨੂੰ ਖੁਸ਼ੀਆਂ ਦੇ ਜਾਂਦਾ, ਭਾਵ ਮੈਨੂੰ ਸੁਖੀ ਕਰ ਜਾਂਦਾ ਹੈ। ਕਿਉਂਕਿ ਤਿਲ ਤਿਲ ਪਲ ਪਲ ਔਦ ਫੁਨ ਘਟ ਹੈ। ਮਹਾਰਾਜ ਜੀ ਕਹਿੰਦੇ ਬੂਝ ਨਾ ਸਕੈ ਗਵਾਰ, ਕਹਿੰਦੇ ਉਹ ਗਵਾਰ ਮਨੁੱਖ ਤਿਲ ਤਿਲ ਕਰਕੇ, ਪਲ ਪਲ ਕਰਕੇ ਤੇਰੇ ਦਮਾਂ ਦੀ ਗਿਣਤੀ ਜਿਹੜੀ ਹੈ ਨਾ ਉਹ ਖਤਮ ਹੁੰਦੀ ਜਾ ਰਹੀ ਹੈ। ਤਿਲ ਤਿਲ ਪਲ ਪਲ ਔਦ, ਔਦ ਉਮਰ, ਫੁਨ ਘਟ ਹੈ, ਘੱਗਾ ਘਟ ਹੈ, ਘਟਦੀ ਪਈ ਹੈ। ਕਹਿੰਦੇ ਬੂਝ ਨਾ ਸਕੈ ਗਵਾਰ, ਕਹਿੰਦੇ ਉਹ ਗਵਾਰ ਬੰਦੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕਿਹਾ ਹੈ ਨਾ, ਕਹਿੰਦੇ ਬਹੁਤ ਯਤਨ ਮੈਂ, ਕਹਿੰਦੇ ਇੰਨੇ ਮੈਂ ਯਤਨ ਕੀਤੇ ਨੇ, ਕਹਿੰਦੇ ਪਰ ਮਨੁੱਖ ਤੈਨੂੰ ਅਜੇ ਵੀ ਨਿਰੰਕਾਰ ਦੇ ਘਰ ਦੀ ਸਮਝ ਨਹੀਂ ਆਈ। ਮੈਂ 9 ਜਨਮ ਲੈ ਲਏ, 9 ਸਰੀਰ ਧਾਰਨ ਕਰ ਲਏ ਨੇ, ਮੈਨੂੰ ਤੈਨੂੰ ਸਮਝਾਉਂਦੇ ਆ ਕਿ ਜਿਸ ਦਮਾਂ ਦਾ ਤੂੰ ਮਾਣ ਕਰਦਾ, ਦਮ ਆਇਆ ਤੇ ਜ਼ਿੰਦਗੀ ਹੈ, ਦਮ ਨਾ ਆਇਆ ਤੇ ਤੇਰੇ ਸਰੀਰ ਨੂੰ ਸਾਰਿਆਂ ਨੇ ਮੁਰਦਾ ਆਖਣਾ, ਤੇਰੇ ਸਰੀਰ ਨੂੰ ਸਾਰਿਆਂ ਨੇ ਡੈਡ ਆਖਣਾ। ਇਹ ਖਤਮ ਹੋ ਚੁੱਕਾ ਹੈ। ਦਮਾਂ ਦੀ ਗਿਣਤੀ ਨਾਲ ਕੀ ਕਰ, ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ। ਮੈਂ ਅੱਗੇ ਵੀ ਬੇਨਤੀ ਕੀਤੀ ਹੈ ਰਿਕਾਰਡਿੰਗਾਂ ਵਿੱਚ ਵੀ, ਕਿ ਕੰਨਾਂ ਨਹੀਂ ਨੰਨੇ ਨਾਲ ਲਾਉਣਾ ਹੈ। ਕੱਲੇ ਨੰਨੇ ਦੀ ਆਵਾਜ਼ ਆਪਣੀ ਹੈ, ਕੰਨੇ ਦੀ ਆਵਾਜ਼ ਆਪਣੀ ਹੈ। ਜਦ ਜਪਜੀ ਸਾਹਿਬ ਵਿੱਚ ਵੀ ਆਉਂਦਾ ਹੈ, ਤੁਸੀਂ ਹੋਰ ਬਾਣੀ ਵੀ ਪੜ੍ਹਦੇ ਹੋ, ਹੁੰਦਾ ਕੱਲਾ ਨੰਨਾ ਵੈ, ਅਸੀਂ ਨਾ ਸ਼ਬਦ ਉਚਾਰਨ ਕਰੀ ਜਾਂਦੇ ਆ। ਕੱਲਾ ਨੰਨਾ ਕੱਲਾ ਬੋਲੋ, ਕੱਲਾ ਤੱਤਾ ਕੱਲਾ ਬੋਲੋ। ਜੇ ਤੱਤੇ ਕੰਨਾ ਲੱਗ ਗਿਆ ਤੇ ਤਾਂ ਸ਼ਬਦ ਬਣ ਗਿਆ, ਜੇ ਕੰਨਾ ਉੱਡ ਗਿਆ ਤੇ ਤਾਂ ਉਚਾਰਨ ਕਰਨਾ, ਉਹਨੂੰ ਤਾਂ ਉਚਾਰਨ ਨਹੀਂ ਕਰਨਾ। ਜੇ ਕੱਲਾ ਨੰਨਾ ਲੱਗੇ ਉਹਨੂੰ ਨਾ ਉਚਾਰਨ ਕਰੋ, ਬਲਕਿ ਨਾ ਉਚਾਰਨ ਨਹੀਂ ਕਰਨਾ। ਜੇ ਤੁਹਾਡੇ ਚ ਕੋਈ ਕਵੀ ਬੈਠਾ ਹੋਏਗਾ ਨਾ, ਉਹ ਮੇਰੀ ਗੱਲ ਨੂੰ ਪਕੜੇਗਾ ਕਿ ਇੱਕ ਨੰਨਾ ਵਧਾਉਣ ਦੇ ਨਾਲ, ਘਟਾਉਣ ਦੇ ਨਾਲ ਪੂਰੀ ਉਹ ਭਾਵ ਅਰਥ ਦੀ ਗਿਣਤੀ ਜਿਹੜੀ ਬਦਲ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਥੋੜੇ ਜਿਹੇ ਨਾ ਪੈਰਾਂ 'ਚ ਨਿੱਕੀਆਂ ਨਿੱਕੀਆਂ ਲੀਕਾਂ ਖਿੱਚੀਆਂ, ਜਿਨ੍ਹਾਂ ਨੂੰ ਅਸੀਂ ਹੱਕ ਸ਼ਬਦ ਆਖਦੇ ਹਾਂ। ਵੈਸੇ ਤੇ 1188 ਅੱਖਰ ਹੀ ਪੈਰਾਂ ਵਿੱਚ ਨੇ, ਜਿਵੇਂ ਕਿਰਪਾ ਵੀ ਹੈ ਤੇ ਕਿਰਪਾ ਵੀ ਹੈ, ਭਰਮ ਵੀ ਹੈ ਤੇ ਭ੍ਰਮ ਵੀ ਹੈ। ਇਦਾਂ ਭੱਬੇ ਦੇ ਪੈਰ ਚੱਦਾ ਰਾਰਾ, ਉਹ ਕੀ ਨੇ 1188 ਅੱਖਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪੈਰਾਂ ਵਿੱਚ ਲੱਗੇ ਹੋਏ ਨੇ।
ਹੁਣ ਮਹਾਰਾਜ ਜੀ ਕਹਿੰਦੇ ਤੇਰਾ ਦਮ ਜਿਹੜਾ ਹੈ ਨਾ ਉਹ ਬਿਰਥ ਨਹੀਂ ਜਾਣਾ ਚਾਹੀਦਾ, ਵਿਅਰਥ ਨਹੀਂ ਹੋਣਾ ਚਾਹੀਦਾ ਹੈ। ਇੱਕ ਇੱਕ ਦਮ ਕਰਕੇ ਦੇਖੋ ਸਮਾਂ ਤੇ ਮੁੱਕਦਾ ਹੀ ਜਾ ਰਿਹਾ ਹੈ, ਇਹ ਤੇ ਪੱਕਾ ਹੀ ਹੈ। ਬੜੀ ਚਾਲ ਨਾਲ ਚੱਲ ਰਿਹਾ ਸਮਾਂ, ਮੁੱਕਦਾ ਹੀ ਜਾ ਰਿਹਾ ਹੈ। ਅਸੀਂ ਪਿੱਛੇ ਝਾਤੀ ਮਾਰ ਲਈਏ ਕਿਹੜਾ ਸਮਾਂ ਗਿਰਤ ਵਿੱਚ ਆਇਆ, ਕਿੰਨੇ ਆਏ ਕਿੰਨੇ ਚਲੇ ਗਏ ਨੇ। ਸਮਾਂ ਤੇ ਉਹਨਾਂ ਕੋਲੋਂ ਨਹੀਂ ਪਕੜਿਆ ਗਿਆ ਵੈ, ਅਸੀਂ ਕੀ ਹਾਂ। ਜਿਹੜੇ ਆਖਦੇ ਸੀ ਨਾ ਦਿਨੇ ਮੌਤ ਆਏ ਨਾ ਰਾਤ ਮੌਤ ਆਏ, ਨਾ ਜ਼ਮੀਨ ਤੇ ਆਵੇ ਨਾ ਅਸਮਾਨ ਤੇ ਆਵੇ, ਨਾ ਕਿਸੇ ਬੰਦੇ ਕੋਲੋਂ ਆਵੇ ਨਾ ਕਿਸੇ ਜਾਨਵਰ ਕੋਲੋਂ ਆਵੇ, ਨਾ ਕਿਤੇ ਭਾਵ ਕਿਤੇ ਵੀ ਮੌਤ ਨਾ ਆਵੇ। ਤੇ ਜਿੱਦਣ ਮੌਤ ਆਈ ਫਿਰ ਪੱਟ ਤੇ ਰੱਖ ਲਿਆ ਸੀ ਨਿਰੰਕਾਰ ਨੇ। ਤੇ ਰੂਪ ਕਿਹੜਾ ਲੈ ਲਿਆ, ਨਾ ਬੰਦੇ ਦਾ ਨਾ ਜਾਨਵਰ ਦਾ। ਨਰ ਬੰਦਾ, ਸਿੰਘ ਜਾਨਵਰ, ਸ਼ੇਰ ਉਹ ਜਾਨਵਰ ਦੀ ਜੂਨੀ ਹੈ। ਨਰ ਸਿੰਘ, ਨਰ ਬੰਦਾ ਸਿੰਘ ਜੂਨ, ਸ਼ੇਰ ਦੀ ਜੂਨ। ਹੱਥ ਕਿਹੜੇ ਨੇ, ਉਹ ਜਾਨਵਰਾਂ ਵਾਲੇ। ਤੇ ਟਿਕਾਣਾ ਕਿੱਥੇ ਹੈ, ਨਾ ਅੰਦਰ ਹੈ ਨਾ ਬਾਹਰ ਹੈ। ਹੁਣ ਹੈ ਕਿੱਥੇ ਹੈ, ਨਾ ਅਸਮਾਨ ਤੇ ਹੈ ਨਾ ਧਰਤੀ ਤੇ ਹੈ। ਤੇ ਜਿਸ ਦਿਨ ਮੌਤ ਆਈ ਤੇ ਕਿਹਾ ਉਹ ਹਰਨਾਕਸ਼, ਤੂੰ ਜੋ ਮੰਗਿਆ ਤੈਨੂੰ ਮਿਲਿਆ, ਤੇ ਜਿਹੜੀ ਚੀਜ਼ ਤੂੰ ਕਹਿੰਦਾ ਸੀ ਨਾ ਆਏ ਤੈਨੂੰ ਤੇ ਖਿਆਲ ਹੀ ਭੁੱਲ ਗਿਆ, ਉਹ ਤੇ ਹਰ ਸਮੇਂ ਗੱਲ ਵਿੱਚ ਪਈ ਹੋਈ ਹੈ। ਬੰਦਾ ਇੱਕੋ ਗੱਲ ਮੰਨਦਾ ਮੌਤ ਨਾ ਆਵੇ, ਪਰ ਕੌਣ ਦੱਸੇ ਕਿ ਮੌਤ ਤੇ ਹਰ ਸਮੇਂ ਕੋਲ ਹੈ। ਮੌਤ ਹਰ ਸਮੇਂ ਅਗਲੇ ਦਮ ਨਾਲ ਜੁੜੀ ਹੋਈ ਹੈ। ਅਗਲਾ ਦਮ ਪਤਾ ਨਹੀਂ ਉਧਾਰ ਹੈ, ਤੇ ਜਿਹੜਾ ਉਧਾਰ ਹੈ ਉਹ ਕੀ ਪਤਾ ਮਿਲਣਾ ਕਿ ਨਹੀਂ ਮਿਲਣਾ ਹੈ। ਤੇ ਜਿਹੜਾ ਆ ਗਿਆ ਉਹ ਆਪਣਾ ਹੈ, ਤੇ ਜਿਹੜਾ ਆਪਣਾ ਹੈ ਮਹਾਰਾਜ ਨੇ ਉਹਨੂੰ ਹੀ ਕਿਹਾ ਕਿ ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਸਿਮਰਨ ਸੰਸਕ੍ਰਿਤ ਸ਼ਬਦ ਹੈ, ਪੰਜਾਬੀ ਵਿੱਚ ਆਖਦੇ ਨੇ ਯਾਦ ਕਰਨਾ, ਉਰਦੂ ਵਿੱਚ ਆਖਦੇ ਨੇ ਚਿੱਤੇ ਕਰਨਾ। ਉਹ ਜ਼ਿਆਦਾ ਸਾਨੂੰ ਅਜੀ ਇਸੇ ਹੀ ਭੰਬਲ ਚ ਰੱਖਿਆ ਹੋਇਆ। ਸਿਮਰਨ ਜੀ ਏਦਾਂ ਵਾਹਿਗੁਰੂ ਕਹਿਣਾ, ਵਾਹਿਗੁਰੂ ਕਹਿਣਾ, ਏਦਾਂ ਸਿੱਧੇ ਹੋ ਕੇ ਬੈਠਣਾ, ਤੁਰਦਿਆਂ ਫਿਰਦਿਆਂ ਨਹੀਂ ਆਖਣਾ। ਗੁਰਮੁਖੋ ਦਾ ਸਿਮਰਨ ਜਦੋਂ ਮਰਜ਼ੀ ਕਰੋ, ਉਹਦੀ ਯਾਦ ਰਹਿਣੀ ਚਾਹੀਦੀ ਹੈ, ਬੰਦਾ ਰਵੇ ਭਾਵੇਂ ਨਾ ਰਵੇ, ਉਹਦੀ ਯਾਦ ਨਹੀਂ ਭੁੱਲਣੀ ਚਾਹੀਦੀ। 8 ਪੈਰ 8 ਪੈਰ ਉਹਨੂੰ ਅਸੀਂ ਵਿਸਾਰਨਾ ਨਹੀਂ, 8 ਪੈਰ ਉਹ ਸਾਡੀ ਯਾਦ ਵਿੱਚ ਰਹਿਣਾ। ਫਰਕ ਕੀ ਹੈ, ਜੇਬ ਵਿੱਚ ਪੈਸੇ ਤੇ ਹੈਗੇ ਨੇ ਪਰ ਯਾਦ ਭੁੱਲ ਚੁੱਕੀ ਹੈ। ਹੁਣ ਜੇਬ ਵਿੱਚ ਪੈਸੇ ਤੇ ਹੈ, ਉਹ ਜਦੋਂ ਪੈਸੇ ਤੇ ਹੈਗੇ ਨੇ ਪਰ ਚੇਤੇ ਵਿੱਚ ਨਹੀਂ, ਯਾਦ ਵਿੱਚ ਨਹੀਂ। ਉਹ ਬੰਦਾ ਕਦੀ ਪਿਤਾ ਕੋਲੋਂ ਮੰਗੇਗਾ ਪੈਸੇ, ਬੱਚਾ ਕਦੀ ਚਾਚੇ ਕੋਲੋਂ ਮੰਗੇਗਾ, ਕਦੀ ਕਿਸੇ ਕੋਲੋਂ ਮੰਗੇਗਾ, ਕਦੀ ਕਿਸੇ ਅੱਗੇ ਹੱਥ ਅੱਡੇਗਾ ਕਿ ਮੈਨੂੰ 100 ਰੁਪਈਆ ਦੇ ਦਿਓ, ਮੈਨੂੰ 200 ਦੀ ਲੋੜ ਹੈ, ਮੈਨੂੰ 500 ਚਾਹੀਦਾ ਦੇ ਦਿਓ। ਤੇ ਜਦੋਂ ਆਪਣੀ ਜੇਬ ਤੇ ਹੱਥ ਮਾਰਦਾ ਹੈ ਨਾ, ਤੇ ਉਹਨੂੰ ਚੇਤਾ ਆਉਂਦਾ ਮੇਰੀ ਤੇ ਜੇਬ ਪੈਸਿਆਂ ਨਾਲ ਭਰੀ ਪਈ ਹੈ। ਮੈਂ ਤੇ ਐਵੇਂ ਕਦੀ ਕਿਸੇ ਅੱਗੇ ਹੱਥ ਅੱਡਦਾ ਰਿਹਾ, ਕਦੀ ਕਿਸੇ ਅੱਗੇ ਹੱਥ ਅੱਡਦਾ ਰਿਹਾ, ਇਹ ਤੇ ਖਿਆਲ ਹੀ ਭੁੱਲ ਗਿਆ। ਅਸੀਂ ਕਦੀ ਕਿਸੇ ਅੱਗੇ ਮੱਥਾ ਟੇਕਦੇ ਰਹਿ ਗਏ, ਕਦੀ ਕਿਸੇ ਅੱਗੇ ਟੇਕਦੇ ਰਹਿ ਗਏ। ਪਰਮਾਤਮਾ ਤੇ ਸਾਡੇ ਕੋਲ ਹੀ ਸੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ ਨਾ, ਕਾਹੇ ਰੇ ਰੁਕ ਜਾਣਾ ਜਮਕੀ ਹੈ, ਬਨ ਖੋਜਣ ਅਰਧ ਵਿਸ਼ਰਾਮ ਹੈ ਜਾਈ। ਕਿਉਂਕਿ ਕਿਸੇ ਦਾ ਸੰਕੇਤਕ ਸ਼ਬਦ ਹੈ, ਕਿਸੇ ਚੀਜ਼ ਦਾ ਨਾਮ ਲਿਆ ਮਹਾਰਾਜ ਨੇ ਇੱਥੇ। ਤੇ ਨਾ ਕਿਹਦਾ ਲਿਆ, ਪਹਿਲਾਂ ਸੰਧੀਕਾਰਕ ਸ਼ਬਦ ਹੈ, ਕਿਸੇ ਨੂੰ ਗਿਆਨ ਦੇਣਾ। ਜਿਵੇਂ ਲੀਡਰ ਗਿਆਨ ਦਿੰਦੇ ਨੇ, ਕਿਸੇ ਨੂੰ ਦਿੰਦੇ ਨੇ, ਉਹ ਕਿਸੇ ਨੂੰ ਸੰਬੋਧਨ ਕਰ ਰਹੇ ਨੇ। ਦੇਖਿਆ ਨਾ ਕਿੰਨੀਆਂ ਕਿੰਨੀਆਂ ਝੂਠ ਦੀਆਂ ਪਲੰਬੀਆਂ ਉਹ ਲੱਗਦੀਆਂ ਨੇ, ਕਿਉਂਕਿ ਕਿਸੇ ਨੂੰ ਕਹਿ ਰਹੇ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਮੈਂ ਆਪਣੇ ਆਪ ਨੂੰ ਕਹਿ ਰਿਹਾ। ਕੁਰਬਾਨੀ ਕਿਸੇ ਨੂੰ ਨਹੀਂ, ਆਪਣੇ ਆਪ ਨੂੰ ਆਖਦੀ ਕਿ ਮਣਾ ਜਿਹੜਾ ਪੜੇਗਾ ਉਹ ਕਿਸੇ ਨੂੰ ਨਹੀਂ, ਆਪਣੇ ਆਪ ਤੇ ਸਮਝੇ। ਕਿ ਕੋਈ ਇਹ ਨਾ ਸਮਝੇ ਕਿ ਗੱਲ ਮੈਨੂੰ ਲੱਗ ਰਹੀ ਹੈ। ਕਹਿੰਦੇ ਤੈਨੂੰ ਇਹ ਸਮਝ ਆ ਜੇ ਕਿ ਬਾਣੀ ਤੂੰ ਪੜਦਾ ਤੇ ਗੱਲ ਮੈਨੂੰ ਲੱਗ ਰਹੀ ਹੈ। ਸਤਿਗੁਰੂ ਮੈਨੂੰ ਆਖ ਰਹੇ ਨੇ ਤੇ ਕੀ ਕਹਿੰਦੇ, ਕਾਹੇ ਰੇ ਬਨ ਖੋਜਣ ਜਾਏ। ਕਿੱਥੇ ਲੱਭਦਾ ਫਿਰਦਾ ਰੱਬ ਨੂੰ? ਉਹ ਕੀ ਹੈ, ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਰੱਬ ਕਿੱਥੇ ਹੈ? ਕਿਸੇ ਨਾਲ ਝੂਠ ਨਾ ਮਾਰੋ, ਰੱਬ ਹੈ, ਰੱਬ ਸੱਚ ਹੈ ਨਾ। ਤੇ ਤੁਸੀਂ ਸੱਚ ਨੂੰ ਰੋਜ਼ ਪੜ੍ਹਦੇ ਜੇ। ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਪੱਬਾ ਥੋੜਾ ਜਿਹਾ ਨਾ ਗਲੇ 'ਚ ਪੜਨਾ, ਨਹੀਂ ਤੇ ਭੀ ਸ਼ਬਦ ਨਿਕਲੇਗਾ। ਭੀ ਦਾ ਅਰਥ ਹੁੰਦਾ ਕੋਈ ਵਸਤੂ ਪੀਣੀ, ਤੇ ਭੀ ਦਾ ਅਰਥ ਹੁੰਦਾ ਜਿਹੜੀ ਸਦਾ ਸਲਾਮਤ ਹੈ। ਪਹਿਲਾਂ ਵੀ ਸੀ, ਵਿਚਕਾਰ ਵੀ ਹੈ, ਧਰਤੀ ਮੁੱਕ ਜਾਏਗੀ ਉਦੋਂ ਵੀ।
ਇਹ ਧਿਆਨ ਚ ਰੱਖਣਾ। ਹੁਣ ਮਹਾਰਾਜ ਜੀ ਕਹਿੰਦੇ ਉਹ ਤੇ ਸਦਾ ਹੀ ਸਲਾਮਤ ਹੈ, ਉਹ ਤੇ ਮਿਟਣ ਵਾਲਾ ਹੀ ਨਹੀਂ ਹੈ, ਉਹ ਤੇ ਸਦਾ ਰਹਿਣ ਵਾਲਾ ਹੈ। ਤੇ ਫਿਰ ਜਿਹੜਾ ਸਦਾ ਹੀ ਰਹਿਣ ਵਾਲਾ ਵੈ, ਕਹਿੰਦੇ ਉਹਦੀ ਭਗਤੀ ਕਰ, ਉਹਨੂੰ ਸਿਮਰ, ਉਹਨੂੰ ਧਿਆਨ ਵਿੱਚ ਰੱਖ, ਕਿਉਂਕਿ ਸਾਰੇ ਜਗਤ ਦੀ ਡੋਰੀ ਉਸ ਮਾਲਕ ਨੇ ਹੱਥ ਵਿੱਚ ਪਕੜੀ ਹੋਈ ਹੈ। ਤੇ ਫਿਰ ਸੱਚ ਕੀ ਹੈ? ਜਦੋਂ ਜੀਭ ਸੱਚ ਬੋਲੇਗੀ ਤੇ ਸਮਝ ਜਾਇਓ ਰੱਬ ਤੁਹਾਡੀ ਜੀਭ ਤੇ ਹੈ। ਜਦੋਂ ਸੱਚ ਸੁਣੋਗੇ ਨਾ, ਉਦੋਂ ਇੱਕ ਗੱਲ ਪੱਕੀ ਜੇ, ਇਹ ਸਮਝ ਲਿਓ ਕਿ ਰੱਬ ਤੁਹਾਡੇ ਸਰੋਤ ਦਰਸ਼ਨ ਵਿੱਚ ਹੈ। ਤੇ ਜਦੋਂ ਪੈਰਾਂ ਨਾਲ ਚੱਲ ਕੇ ਚੰਗੀ ਸੰਗਤ ਵੱਲ ਜਾਓਗੇ ਨਾ, ਸਮਝ ਜਾਇਓ ਕਿ ਵਾਹਿਗੁਰੂ ਦੇ ਚਰਨ ਨੇ ਇਸ ਸਮੇਂ ਸਾਨੂੰ ਚੰਗੀ ਸੰਗਤ ਵੱਲ ਤੋਰ ਰਿਹਾ ਹੈ। ਤੇ ਜਦੋਂ ਹੱਥਾਂ ਨਾਲ ਚੰਗੇ ਕਰਮ ਕਰੋਗੇ ਨਾ, ਕੋਈ ਕਿਸੇ ਦਾ ਹੱਕ ਨਾ ਖਾਓਗੇ, ਕਿਸੇ ਫਰੇਬ ਦੀ ਮਾਇਆ ਇਕੱਠੀ ਨਾ ਕਰਾਂਗੇ, ਬੱਚਿਆਂ ਨੂੰ ਨਾ ਖਵਾਵਾਂਗੇ, ਸਮਝ ਜਾਇਓ ਹੱਥ ਮੇਰੇ ਨੇ, ਪਰ ਇਹਨਾਂ ਹੱਥਾਂ ਵਿੱਚ ਕੌਣ ਬੈਠਾ? ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ। ਮਹਾਰਾਜ ਨੇ ਐਵੇਂ ਨਹੀਂ ਸੀ ਮੋਦੀਖਾਨਾ ਕੀਤਾ, ਕਾਰਨ ਸੀ ਮਹਾਰਾਜ ਦਾ, ਕਿਉਂਕਿ ਉਸ ਸਮੇਂ ਗਰੀਬਾਂ ਨੂੰ ਮਾੜਾ ਰਾਸ਼ਨ ਦਿੱਤਾ ਜਾਂਦਾ ਸੀ, ਤਗੜਿਆਂ ਵਾਸਤੇ ਵਧੀਆ ਰਾਸ਼ਨ ਸੀ। ਅੱਜ ਵੀ ਦੁਕਾਨਾਂ ਤੇ ਦੇਖਿਓ, ਜਿਹੜੇ ਹੱਟੀ ਵੀ ਕਰਦੇ ਉਹਨਾਂ ਵੀ ਧਿਆਨ ਚ ਰੱਖਣ, ਗਰੀਬਾਂ ਨੂੰ ਰਹਿੰਦ ਖੂੰਦ ਹੁੰਦਾ ਹੈ ਤੇ ਅਮੀਰਾਂ ਵਾਸਤੇ ਵਧੀਆ ਹੁੰਦਾ ਹੈ। ਉਹਨਾਂ ਨੂੰ ਦੱਸਿਆ ਜਾਂਦਾ ਆ ਰਾਸ਼ਨ ਇੰਨਾ ਵਧੀਆ, ਤੁਹਾਡੇ ਸਰੀਰ ਨੂੰ ਪੌਸ਼ਟਿਕ ਰੱਖੇਗਾ, ਇਹਦੇ ਵਿੱਚ ਇੰਨੇ ਤੱਤ ਨੇ। ਗਰੀਬ ਨੂੰ ਨਹੀਂ ਕਦੀ ਦੱਸਿਆ ਜਾਂਦਾ ਕਿ ਆਪ ਭੋਜਨ ਛਕੋਗੇ ਤੇ ਇੰਨੇ ਸਰੀਰ ਨੂੰ ਤੱਤ ਪ੍ਰਾਪਤ ਹੋਣਗੇ, ਕਦੀ ਵੀ ਨਹੀਂ। ਮਹਾਰਾਜ ਨੇ ਉਹ ਤੱਕੜੀ ਫੜੀ ਸੀ ਕਿ ਰਾਸ਼ਨ ਦੇਣਾ, ਪੈਸੇ ਬਰਾਬਰ ਲੈਣੇ ਨੇ। ਫਿਰ ਰਾਸ਼ਨ ਦੇਣ ਵਾਲੇ ਮਨ ਦੇ ਵਿੱਚ ਕਦੀ ਵੀ ਇਸ ਪ੍ਰਕਾਰ ਦਾ ਈਰਖਾ ਨਾ ਹੋਏ, ਮਨ ਵਿੱਚ ਦੁਸ਼ਾਪਨ ਨਾ ਹੋਏ। ਤੇ ਜਦੋਂ ਮੋਦੀਖਾਨਾ ਕੀਤਾ ਤੇ ਬਾਬੇ ਨੇ ਕਿਹਾ ਇੱਕ ਦਾ ਹੀ ਸਭ ਕੁਝ ਹੈ, ਸਭ ਕੁਝ ਲੈ ਜਾਓ, ਇੱਕ ਦਾ ਹੀ ਹੈ। ਪਰ ਇਹ ਨਹੀਂ ਕਿ ਬਾਬਾ ਲੁਟਾਈ ਜਾਂਦਾ ਸੀ। ਬਾਬਾ ਇਹ ਵੀ ਗੱਲ ਆਖਦਾ ਸੀ, ਜੇ ਅੱਜ ਪੈਸੇ ਨਹੀਂ ਨਾ ਹੈਗੇ 10 ਦਿਨ ਨੂੰ 15 ਦਿਨ ਨੂੰ, ਉਦੋਂ ਭਾਈ ਦੇ ਜਿਓ। ਤੇ ਇੱਕ ਗੱਲ, ਜੇ ਫਿਰ ਵੀ ਨਹੀਂ ਹੈਗੇ, ਘਰ ਦਾ ਗੁਜ਼ਾਰਾ ਹੁੰਦਾ, ਫਿਰ ਮੈਨੂੰ ਦੱਸ ਦਿਓ, ਮੈਂ ਆਪਣੀ ਤਨਖਾਹ ਚੋਂ ਕਟਾ ਦਾਂਗਾ। ਇਹ ਨਾ ਸਮਝਿਓ ਬਾਬਾ ਕਹਿੰਦਾ ਸੀ ਲੈ ਜਾਓ, ਲੁੱਟਿਆ ਗਿਆ। ਨਹੀਂ, ਪਹਿਲਾਂ ਬਾਬੇ ਨੇ ਇੱਕ ਦੀ ਗੱਲ ਕੀਤੀ, ਫਿਰ ਕਿਹਾ ਮੋਦੀ ਆ ਕੁਝ ਅੱਗੇ ਵੀ ਬੋਲ। ਫਿਰ ਬਾਬੇ ਨੇ 7 ਦੀ ਗੱਲ ਕੀਤੀ, ਕਹਿੰਦੇ ਮੈਨੂੰ 1 ਤੋਂ ਬਾਅਦ 7 ਹੀ ਆਉਂਦਾ। ਫਿਰ 7 ਕਹਿ ਕੇ ਰਾਸ਼ਨ ਦੇਣ ਲੱਗ ਪਏ। ਤੇ ਜਦੋਂ 7 ਤੋਂ ਚੱਲੇ, ਫਿਰ ਬਾਬੇ ਨੇ 13 ਦੀ ਗੱਲ ਕੀਤੀ। ਪਹਿਲਾਂ ਬਾਬੇ ਨੇ 1 ਦੀ ਗੱਲ ਕੀਤੀ, ਫਿਰ 7 ਦੀ ਕੀਤੀ, ਫਿਰ ਕਹਿੰਦੇ ਕੋਈ ਗਾਂ ਵੀ ਲਫ਼ਜ਼ ਬੋਲ, ਗਾਂ ਵੀ ਗਿਣਤੀ ਹੈਗੀ ਹੈ। ਫਿਰ ਕਹਿੰਦੇ 13 ਹੀ ਮੈਨੂੰ ਆਉਂਦਾ ਭਾਈ, ਇਹ ਤੋਂ ਵੱਧ ਨਾ ਮੈਨੂੰ ਕਿਉਂ। ਸੱਚ ਇਹ ਹੈ ਕਿ ਪ੍ਰਮਾਤਮਾ ਇੱਕ ਜੇ, ਤੇ ਜਿਹੜਾ ਇੱਕ ਜੇ ਉਹ 7 ਜੇ, ਤੇ ਜਿਹੜਾ 7 ਜੇ ਬਸ ਉਸ ਵਾਹਿਗੁਰੂ ਦਾ ਹੀ ਤੇਰਾ ਕਬੀਰ ਮੇਰਾ ਮੁਝ ਮੇਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਜਿਸ ਦਿਨ 13 ਦੀ ਯਾਤਰਾ ਹੋਗੀ, ਨਿਰੰਕਾਰ ਦੇ ਘਰ ਦੀ ਯਾਤਰਾ ਹੋਗੀ, ਜਿਸ ਦਿਨ ਹੰਕਾਰ ਦੀ ਯਾਤਰਾ ਹੋਗੀ, ਉਸ ਦਿਨ ਮੈਂ ਦੀ ਯਾਤਰਾ। ਹੁਣ ਮਹਾਰਾਜ ਜੀ ਕਹਿੰਦੇ ਪ੍ਰਭ ਡੋਰੀ ਹਾਥ ਤੁਮਾਰੇ, ਜੀ ਐੜਾ ਪਛੇਤਰ ਲੱਗਾ, ਜੀ ਨਹੀਂ ਕਹਿਣਾ, ਐੜਾ ਵੀ ਮਗਰ ਬੋਲਣਾ। ਜੀ ਉਹ ਕੱਲਾ ਜੀ ਪੜ ਜਾਂਦੇ ਆ, ਜਪਜੀ ਸਾਹਿਬ ਵਿੱਚ ਵੀ ਜੀ ਬਹੁਤਾ ਕਹਿ ਜਾਂਦੇ, ਐੜੇ ਨੂੰ ਛੱਡ ਹੀ ਜਾਂਦੇ ਆ। ਉਹ ਐੜੇ ਦਾ ਵੀ ਮਤਲਬ ਹੈ, ਬਾਬੇ ਨੇ ਐੜਾ ਵੀ ਮਗਰ ਲਾਇਆ ਹੋਇਆ। ਤੇਰੇ ਧਾਰੇ, ਕਹਿੰਦੇ ਹੇ ਵਾਹਿਗੁਰੂ, ਇਹ ਜਿੰਨੇ ਜੀਵ ਜੰਤ ਨੇ ਸਭ ਤੇਰੇ ਹੀ ਦਾਇਰੇ ਦੇ ਅੰਦਰ ਨੇ। ਤੇ ਜਿਹੜਾ ਸਮਾਂ ਹੈ ਉਹ ਫਿਰ ਸਾਡਾ ਦਿਨੋਂ ਦਿਨ ਮੁੱਕਦਾ ਜਾ ਰਿਹਾ, ਖਤਮ ਹੁੰਦੇ ਜਾ ਰਹੇ। ਦੇਖ ਲਓ ਤਿਲ ਕਰਕੇ ਆ ਤੁਹਾਡੇ ਹੱਥਾਂ 'ਚ ਹੀ ਸੀ, ਬਸ ਇੱਥੇ ਗੀਤ ਬੋਲਦੇ ਹੁੰਦੇ ਸੀ, ਇੱਥੇ ਕੀਰਤਨ ਕਰਦੇ ਆ। ਤੇ ਦੇਖ ਲਓ ਪਰਮਾਤਮਾ ਨੇ ਝਟਪਟ ਹੀ ਕਾਲਿਆਂ ਤੋਂ ਧੌਲੇ ਕਰ ਦਿੱਤਾ ਹੈ ਨਾ। ਇਹ ਖੇਡ ਹੈ ਨਾ ਉਹਦੀ। ਕਦੀ ਛੋਟੇ ਜਿਹੇ ਸੀ 7-8 ਸਾਲ ਦੇ, ਇੱਥੇ ਪ੍ਰੋਗਰਾਮ ਲਾਉਂਦੇ ਸੀ, ਬੱਚੇ ਸੀ ਉਦੋਂ ਗਾਉਂਦੇ ਸੀ। ਫਿਰ ਵਾਹਿਗੁਰੂ ਨੇ ਕੀਰਤਨ ਦੀ ਡਿਊਟੀ ਲਾ ਦਿੱਤੀ। ਹੁਣ ਦੇਖ ਲਓ ਮਹਾਰਾਜ ਨੇ ਅਵਸਥਾ ਵੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਸਮਝ ਆ ਜੇ ਮਨੁੱਖ ਨੂੰ ਕਿ ਮਨਾ ਇੱਕ ਦਿਨ ਜਾਣਾ ਹੈ, ਇਸ ਧਰਤੀ ਤੋਂ ਇੱਕ ਦਿਨ ਕੂਚ ਕਰਨਾ ਹੈ। ਸਮਾਂ ਮੁੱਕਦਾ ਜਾ ਰਿਹਾ, ਨਿਮਕ ਪਲ ਪਲ ਵਿਸੇ ਕਰਕੇ। ਦੇਖੋ ਅੱਖ ਦੀ ਭੁਤਕਲੀ ਦਾ ਚਮਕਣਾ ਇੱਕ ਨਿਮਕ ਹੁੰਦਾ ਹੈ। 15 ਵਾਰ ਅੱਖ ਝਮਕੇ, ਇੱਕ ਜਿਹੜਾ ਹੈ ਨਾ ਉਹ ਵਿਸ਼ਾ ਬਣਦਾ ਹੈ। 15 ਵਿਸ਼ੇ ਬਣਨ ਤੇ ਇੱਕ ਚਸਾ ਬਣਦਾ ਹੈ। ਤੇ ਮਹਾਰਾਜ ਜੀ ਕਹਿੰਦੇ 30 ਚਸੇ ਬਣਨ ਤੇ ਇੱਕ ਪਲ ਬਣਦਾ ਹੈ, ਤੇ 60 ਪਲ ਬਣਨ ਤੇ ਇੱਕ ਘੜੀ ਬਣਦੀ ਹੈ।
ਤੇ 7.5 ਘੜੀਆਂ ਬਣਨ ਤੇ ਇੱਕ ਪੈਰ ਬਣਦਾ ਹੈ। ਦੇਖੋ ਸਾਡਾ ਸਮਾਂ ਲੰਘਦਾ ਜਾ ਰਿਹਾ ਜੀ, ਮੁੱਕਦਾ ਜਾ ਰਿਹਾ ਜੀ। ਕਿੰਨੀਆਂ ਘੜੀਆਂ, ਕਿੰਨੇ ਪਲ ਲੰਘ ਗਏ। ਤੇ ਯਾਦ ਰੱਖਿਓ 8 ਪੈਰ ਬਣਨ, ਇੱਕ ਦਿਨ ਤੇ ਇੱਕ ਰਾਤ ਬਣਦੀ ਜੀ। ਹੁਣ ਕਿੰਨਾ ਸਮਾਂ ਲੰਘ ਗਿਆ। ਫਿਰ 15 ਉਹ ਦਿਨ ਬਣਨ ਤੇ ਇੱਕ ਮੱਖ ਬਣਦਾ ਜੀ। ਤੇ ਸਮਾਂ ਹੋਰ ਗਾਂ ਚੱਲ ਗਿਆ, 15 ਦਿਨਾਂ ਦੀਆਂ ਜੋੜ ਬਣ ਜਾਣ ਤੇ 15 ਥਿੱਥਾਂ ਬਣ ਜਾਂਦੀਆਂ ਜੀ। ਕਾਂ ਦਸੀ, ਦੁਆਂ ਦਸੀ, ਤਰੋਂ ਦਸੀ, ਮੱਸਿਆ, ਪੁੰਨਿਆ, ਇਹ ਥਿੱਥਾਂ ਨੇ। ਤੇ ਫਿਰ ਜਦੋਂ 7 ਦਿਨ ਬਣਨ ਤੇ ਇੱਕ ਹਫ਼ਤਾ ਬਣਦਾ, 4 ਹਫ਼ਤੇ ਬਣਨ, ਇੱਕ ਮਹੀਨਾ ਬਣਦਾ ਤੇ 12 ਮਹੀਨੇ ਬਣਨ ਤੇ ਇੱਕ ਸਾਲ ਬਣਦਾ ਵੈ। ਤੇ ਜਦੋਂ 12 ਸਾਲ ਬਣ ਜਾਣ ਇੱਕ ਕੁੰਭ ਬਣ ਜਾਂਦਾ, 100 ਵਰਸ਼ ਬਣ ਜੇ, ਭਾਵ 100 ਸਾਲ ਆ ਜੇ ਤੇ ਇੱਕ ਸ਼ਤਾਬਦੀ ਬਣ ਜਾਂਦੀ। ਪਿੱਛੇ ਦੇਖ ਲਈਏ ਕਿੰਨਾ ਸਮਾਂ ਸਾਡਾ ਵਿਅਰਥ ਚਲਿਆ ਗਿਆ। ਇਸ ਕਰਕੇ ਸਾਡੇ ਸਤਿਗੁਰੂ ਨੇ ਸਾਨੂੰ ਸਮਾਂ ਦਿੱਤਾ ਹੈ ਕਿ ਜੀਵ ਦੀ ਜਗਤ ਦੀ ਡੋਰੀ ਜਿਹੜੀ ਉਹ ਨਿਰੰਕਾਰ ਦੇ ਕੋਲ ਹੈ। ਕਿਉਂਕਿ ਸਾਡੇ ਸੰਸਾਰ ਵਿੱਚ ਮਨੁੱਖ ਦਾ ਕੁਝ ਨਹੀਂ ਹੈ। ਦੇਖੋ ਜਨਮ ਵੀ ਸਾਨੂੰ ਦੂਜਿਆਂ ਨੇ ਦਿੱਤਾ, ਸਾਡਾ ਨਾਮ ਵੀ ਦੂਜਿਆਂ ਨੇ ਰੱਖਿਆ, ਸਾਨੂੰ ਸਿੱਖਿਆ ਵੀ ਦੂਜਿਆਂ ਨੇ ਦਿੱਤੀ, ਸਾਨੂੰ ਰੋਜ਼ਗਾਰ ਵੀ ਦੂਜਿਆਂ ਨੇ ਦਿੱਤਾ, ਸਾਨੂੰ ਇੱਜ਼ਤ ਵੀ ਦੂਜਿਆਂ ਨੇ ਦਿੱਤੀ, ਪਹਿਲਾ ਤੇ ਅਖੀਰਲਾ ਇਸ਼ਨਾਨ ਵੀ ਦੂਜਿਆਂ ਹੀ ਕਰਾਇਆ। ਹੁਣ ਭਾਵੇਂ ਸਾਰੀ ਜ਼ਿੰਦਗੀ ਕਹਿੰਦੇ ਰਹੀਏ ਸਾਡਾ ਹੀ ਸਾਡਾ, ਨਾ ਜਨਮ ਸੰਸਕਾਰ ਸਭ ਕੁਝ ਦੂਜਿਆਂ ਹੀ ਰੱਖਿਆ। ਜਨਮ ਵੀ ਦੂਜਿਆਂ ਦਿੱਤਾ, ਫਿਰ ਸਾਡਾ ਨਾਮ ਵੀ ਦੂਜਿਆਂ ਰੱਖਿਆ, ਸਿੱਖਿਆ ਵੀ ਦੂਜਿਆਂ ਦਿੱਤੀ, ਰੋਜ਼ਗਾਰ ਵੀ ਦੂਜਿਆਂ ਦਿੱਤਾ, ਇੱਜ਼ਤ ਵੀ ਦੂਜਿਆਂ ਦਿੱਤੀ, ਆਖਰੀ ਇਸ਼ਨਾਨ ਤੇ ਪਹਿਲਾ ਇਸ਼ਨਾਨ ਵੀ ਦੂਜਿਆਂ ਕਰਾਇਆ। ਤੇ ਯਾਦ ਰੱਖਿਓ ਜਿਸ ਦਿਨ ਸ਼ਮਸ਼ਾਨ ਜਾਣਾ ਉਦਣ ਵੀ ਦੂਜਿਆਂ ਹੀ ਲੈ ਕੇ ਜਾਣਾ। ਫਿਰ ਘਮੰਡ ਕਾਹਦਾ ਕਰਨਾ, ਕਾਹੇ ਰੇ ਨਰ ਗਰਭ ਕਰਤ ਹੋ। ਹਾਹਾ ਡਬਲ ਲੱਗੇ, ਉਹ ਪੜਨਾ ਹੈ। ਹਾਹੇ ਦੇ ਔਂਕੜ ਵੀ ਲੱਗੀ ਹੈ, ਉਹ ਪੜਨੀ ਹੈ। ਕਾਹੇ ਰੇ ਨਰ ਗਰਭ ਕਰਤ ਹੋ, ਬਿਨ ਸਜਾਏ ਝੂਠੀ ਦੇ। ਕਾਹਦਾ ਮਾਣ ਕਰਦੇ ਦੇਹੀ ਦਾ, ਕਿਉਂਕਿ ਇਹਨੇ ਇੱਕ ਦਿਨ ਬਿਨ ਸਜਾਣਾ। ਆਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਕੀ ਬਖਸ਼ਿਸ਼ ਕਰਦੇ ਨੇ, ਕੀ ਰਹਿਮਤ ਕਰਦੇ ਨੇ। ਦਿੱਤਾ ਹੋਇਆ ਸਮਾਂ ਸਮਾਪਤ ਹੈ ਜੀ। ਆਓ ਸਾਰੇ ਪੜ੍ਹੀਏ। ਜੇ ਕਰਾਵੇ ਸੋ ਕਰਨਾ, ਜੇ ਕਰਾਵੇ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਨ। ਨਾਨਕ ਦਾਸ ਤੇਰੀ ਸ਼ਰਨ, ਜੀ ਜੰਤ ਤੇਰੇ ਧਾਰੇ, ਜੀ ਜੰਤ ਤੇਰੇ ਧਾਰੇ। ਰੱਬ ਡੋਰੀ ਹਾਥ ਤੁਮਾਰੇ, ਰੱਬ ਡੋਰੀ ਹਾਥ ਤੁਮਾਰੇ, ਰੱਬ ਡੋਰੀ ਹਾਥ ਤੁਮਾਰੇ, ਰੱਬ ਡੋਰੀ ਹਾਥ ਤੁਮਾਰੇ, ਰੱਬ ਡੋਰੀ ਹਾਥ ਤੁਮਾਰੇ। ਕਰਨ ਸਤਿਗੁਰੂ ਜੀ ਕਿਰਪਾ। ਅੱਜ ਮਾਂ ਦੇ ਵਿਛੋੜੇ ਤੇ ਤੁਸੀਂ ਸਾਰੀਆਂ ਸੰਗਤਾਂ ਬੈਠੇ ਹੋ। ਮਾਂ ਪਿਓ ਵਰਗਾ ਦੁਨੀਆ ਤੇ ਪਿਆਰ ਨਹੀਂ ਹੈ ਗੁਰਮੁਖੋ। ਜਿੰਨੀਆਂ ਮਰਜ਼ੀ ਰਿਸ਼ਤੇਦਾਰੀਆਂ ਹੋ ਜਾਣ, ਕਿਉਂਕਿ ਪਿਓ ਦੇ ਪਿਆਰ ਨਾ ਤੁੱਲ, ਨਾ ਫੁੱਫੀ, ਨਾ ਪਿਤੀਏ ਤਾਏ। ਮਾਉ ਹੇਤ ਨਾ ਪੂਜਣੀ, ਨਾ ਮਾਮੀ ਨਾ ਮਾਸੀ ਜਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਪਿਓ ਦਾ ਪਿਆਰ ਹੈ ਨਾ ਕੁਦਰਤੀ ਹੈ, ਜਿਹੜਾ ਮਾਂ ਦਾ ਪਿਆਰ ਹੈ ਨਾ ਕੁਦਰਤੀ ਹੈ। ਤੇ ਮਾਂ ਪਿਓ ਦੀ ਜਗ੍ਹਾ ਦੁਨੀਆ ਤੇ ਕੋਈ ਨਹੀਂ ਲੈ ਸਕਦਾ, ਕਿਉਂਕਿ ਮਾਂ ਦਾ ਪਿਆਰ, ਮਾਂ ਪਿਓ ਦਾ ਪਿਆਰ ਮਿਲਦਾ ਏ ਨਸੀਬਾਂ ਵਾਲਿਆਂ ਨੂੰ। ਦੁਨੀਆ 'ਚ ਨਹੀਂ ਇਸ ਦਾ ਬਾਜ਼ਾਰ ਹੁੰਦਾ। ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ
ਹੋਰ ਕੋਈ ਰਿਸ਼ਤਾ ਨਹੀਂ ਇੰਨਾ ਵਫਾਦਾਰ ਹੁੰਦਾ। ਉਸ ਘਰ ਤੋਂ ਚੰਗਾ ਸ਼ਮਸ਼ਾਨ ਹੁੰਦਾ ਜਿੱਥੇ ਮਾਂ ਪਿਓ ਦਾ ਨਹੀਂ ਸਤਿਕਾਰ ਹੁੰਦਾ। ਉਹਦੇ ਨਾਲੋਂ ਸ਼ਮਸ਼ਾਨ ਚੰਗੀ ਹੈ ਜਿਹੜੇ ਘਰ ਵਿੱਚ ਮਾਂ ਪਿਓ ਦਾ ਸਤਿਕਾਰ ਨਹੀਂ ਹੁੰਦਾ। 7 ਜਨਮ ਤੱਕ ਨਹੀਂ ਉਤਾਰ ਸਕਦਾ ਬੰਦਾ, ਮਾਂ ਪਿਓ ਦੀਆਂ ਇੰਨਾ ਕਰਜ਼ਦਾਰ ਹੁੰਦਾ। 7 ਜਨਮ ਤੱਕ ਨਹੀਂ ਉਤਾਰ ਸਕਦਾ ਬੰਦਾ, ਮਾਂ ਪਿਓ ਦੇ ਇੰਨਾ ਕਰਜ਼ਦਾਰ ਹੁੰਦਾ। ਕਰਨੀ ਸਿੱਖ ਲੋ ਲੋਕੋ ਕਦਰ ਮਾਂ ਪਿਓ ਦੀ, ਕਿਉਂਕਿ ਮਾਂ ਪਿਓ ਦੇ ਚਰਨਾਂ ਵਿੱਚ ਰੱਬ ਦਾ ਦੀਦਾਰ ਹੁੰਦਾ। ਸੱਚ ਹੈ ਗੁਰਮੁਖੋ, 2 ਪ੍ਰਸ਼ਾਦੇ ਦੇਣੇ ਮਾਂ ਪਿਓ ਨੂੰ ਅੱਜ ਔਖੇ ਹੋ ਗਏ। ਜਦੋਂ ਬੱਚਾ ਛੋਟਾ ਹੁੰਦਾ ਹੈ ਨਾ, ਜੇ ਬੋਲਣਾ ਸਿੱਖਦਾ ਹੈ, ਤੇ ਉਦੋਂ ਨਾ ਸਭ ਤੋਂ ਪਹਿਲਾਂ ਮਾਂ ਕਹਿੰਦਾ ਹੈ। ਫਿਰ ਥੋੜਾ ਜਿਹਾ ਵੱਡਾ ਹੋ ਜਾਂਦਾ, ਪੜ੍ਹਨ ਲਿਖਣ ਲੱਗ ਪੈਂਦਾ, ਫਿਰ ਨਾ ਮੰਮੀ ਸ਼ਬਦ ਉਚਾਰਨ ਕਰਨ ਲੱਗ ਪੈਂਦਾ ਹੈ। ਫਿਰ ਜਿੱਦਣ ਵਿਆਹਿਆ ਜਾਂਦਾ ਹੈ ਨਾ, ਫਿਰ ਉਦਣ ਨਾ ਮਾਤਾ ਕਹਿਣ ਲੱਗ ਪੈਂਦਾ ਹੈ। ਜਿੱਦਣ ਉਹ ਬੱਚੇ ਦੇ ਬੱਚੇ ਹੋ ਜਾਂਦੇ ਨੇ, ਫਿਰ ਉਸੇ ਹੀ ਮੰਮੀ ਨੂੰ, ਉਸੇ ਹੀ ਮਾਂ ਨੂੰ, ਉਸੇ ਹੀ ਆਪਣੀ ਮਾਤਾ ਨੂੰ ਫਿਰ ਮਾਈ ਕਹਿਣ ਲੱਗ ਪੈਂਦਾ ਹੈ। ਤੇ ਜਿੱਦਣ ਉਹ ਹੋਰ ਥੋੜਾ ਬੱਚੇ ਵੱਧ ਜਾਂਦੇ ਨੇ, ਸਿਆਣੇ ਹੋ ਜਾਂਦੇ ਨੇ, ਉਹੀ ਬੱਚਾ ਫਿਰ ਆਪਣੀ ਮਾਂ ਨੂੰ ਬੁੱਢੜੀ ਕਹਿਣ ਲੱਗ ਪੈਂਦਾ ਹੈ। ਇਦਾਂ ਹੀ ਹੈ ਨਾ, ਜਦੋਂ ਛੋਟਾ ਹੁੰਦਾ ਹੈ ਨਾ ਮਾਂ ਕਹਿੰਦਾ, ਥੋੜਾ ਸਿਆਣਾ ਹੁੰਦਾ, ਜਿੱਦਣ ਬੋਲਣਾ ਸਿੱਖਦਾ ਉਦਣ ਮਾਂ ਕਹਿੰਦਾ। ਜਿਸ ਦਿਨ ਥੋੜਾ ਜਿਹਾ ਸਿਆਣਾ ਹੁੰਦਾ ਉਸ ਦਿਨ ਫਿਰ ਨਾ ਮੰਮੀ ਸ਼ਬਦ ਕਹਿੰਦਾ। ਜਿਸ ਦਿਨ ਵਿਆਹਿਆ ਜਾਂਦਾ ਉਸ ਦਿਨ ਮਾਤਾ ਕਹਿਣ ਲੱਗ ਪੈਂਦਾ। ਜਿਸ ਦਿਨ ਹੋਰ ਸਿਆਣਾ ਹੋ ਜਾਂਦਾ ਉਸ ਦਿਨ ਮਾਈ ਕਹਿਣ ਲੱਗ ਪੈਂਦਾ। ਤੇ ਜਿੱਦਣ ਜ਼ਿਆਦਾ ਸਿਆਣਾ ਹੋ ਜਾਂਦਾ ਉਸੇ ਮਾਂ ਨੂੰ, ਉਸੇ ਮੰਮੀ ਨੂੰ, ਉਸੇ ਮਾਤਾ ਨੂੰ, ਉਸੇ ਮਾਈ ਨੂੰ ਫਿਰ ਬੁੱਢੜੀ ਕਹਿਣ ਲੱਗ ਪੈਂਦਾ। ਇਹ ਬੰਦੇ ਦੇ ਹਾਲਤ ਹੈ ਗੁਰਮੁਖ। ਹੁੰਦੇ ਤੇ ਮਾਂ ਪਿਓ ਹੀ ਨੇ, ਫਿਰ ਬੁੱਢੜਾ ਬੁੱਢੜੀ ਆਖੇ, ਫਿਰ ਸਤਕਾਰ ਨਾਲ ਨਹੀਂ, ਇਹ ਬੁੱਢੜੀ ਜੀ ਗਲੋਂ ਨਹੀਂ ਲੱਥਦੀ, ਇਹ ਬੁੱਢਾ ਨਹੀਂ ਗਲੋਂ ਲੱਥਦਾ। ਭਾਈ ਸਤਕਾਰ ਕਰਿਆ ਕਰੋ, ਕਿਉਂਕਿ ਜਗਤ ਵਿੱਚ ਇਹੋ ਹੀ ਸਭ ਕੁਝ ਹੈ, ਇਹੋ ਸਾਡਾ ਸਵਰਗ ਹੈ। ਇੱਕ ਦਿਨ ਨਜ਼ਮ ਬੜੀ ਸੋਹਣੀ ਪਾਈ ਸਾਡੇ ਪ੍ਰਤਾਪ ਸਿੰਘ ਜੀ ਬਾਜਵਾ, ਉਹਨਾਂ ਨੇ ਨਾ ਇੱਕ ਲਿਖੀ ਕਵਿਤਾ ਛੋਟੀ ਜੀ ਲਿਖੀ, ਮੈਂ ਉਹ ਵੀ ਆਪ ਦੇ ਸਨਮੁਖ ਕਰਾਂ। ਇਹ ਨਹੀਂ ਕਿ ਬੰਦਾ ਲੀਡਰ ਹੈ ਤੋ ਮਤਲਬ ਕਿ ਉਹਦੇ ਅੰਦਰ ਮੋਹ ਨਹੀਂ, ਪਿਆਰ ਨਹੀਂ, ਉਹਦੇ ਅੰਦਰ ਵੀ ਜਜ਼ਬ ਪੈਦਾ ਹੋਏ ਹੁੰਦੇ। ਬੜੀ ਸੋਹਣੀ ਗੱਲ ਲਿਖੀ, ਕਹਿੰਦੇ ਅੱਜ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਫਰੋਲੇ ਮੈਂ, ਪਹਿਲੇ ਪੰਨੇ ਤੇ ਮਾਂ ਨਾਲ ਬਿਤਾਏ ਪਲ ਖੋਲੇ ਮੈਂ। ਮੇਰਾ ਜਿੱਦ ਤੇ ਅੜਨਾ ਮੇਰੀ ਮਾਂ ਨੇ ਰੁੱਸ ਜਾਣਾ, ਜੇ ਮੈਂ ਗੁੱਸੇ 'ਚ ਰੋਟੀ ਨਾ ਖਾਣਾ ਤੇ ਮਾਂ ਨੇ ਫਿਰ ਮੰਨ ਜਾਣਾ। ਇਹੀ ਪਲ ਮੇਰੇ ਲਈ ਯਾਦਗਾਰ ਬਣ ਜਾਣਾ, ਮੇਰੀ ਤਾਕਤ ਵੀ ਮਾਂ ਤੇ ਮੇਰੀ ਕਮਜ਼ੋਰੀ ਏ, ਮੈਨੂੰ ਹਸਾ ਕੇ ਕਈ ਵਾਰ ਉਹ ਰੋਈ ਏ। ਮੇਰਾ ਵੀ ਦੁੱਖ ਸਹਿ ਲੈਣਾ, ਆਪਣਾ ਦੁੱਖ ਮੂੰਹੋਂ ਨਾ ਕਹਿਣਾ, ਮਾਂ ਦਾ ਕਰਜ਼ਾ ਮੈਥੋਂ ਲੁਕੋ ਕਿਸ ਤਰ੍ਹਾਂ ਲੈਣਾ। ਇਹ ਪ੍ਰਤਾਪ ਸਿੰਘ ਬਾਜਵਾ ਜੀ ਉਹਨਾਂ ਦੀ ਲਿਖੀ, ਕਹਿੰਦੇ ਕਿੱਦਾਂ ਮੇਰੇ ਤੋਂ ਕਰਜ਼ਾ ਲੱਥੇਗਾ ਮਾਂ ਦਾ। ਇਸ ਕਰਕੇ ਗੁਰਮੁਖੋ ਉਹਨਾਂ ਦਾ ਅਸੀਂ ਸਤਿਕਾਰ ਕਰਨਾ ਹੈ। ਕਰਨ ਮੇਰੇ ਸਤਿਗੁਰੂ ਜੀ ਕਿਰਪਾ, ਜਿੰਨਾ ਸਮਾਂ ਸੀ ਸਾਡੇ ਭਾਈ ਸਾਹਿਬ ਜੀਆਂ ਦਾ, ਸੋ ਅਸੀਂ ਸਾਰਿਆਂ ਰਲ ਮਿਲ ਕੇ ਕੀਰਤਨ ਦਾ ਰਸ ਮਾਣਿਆ। ਕਿਰਪਾ ਕਰਨ ਸਤਿਗੁਰੂ ਜੀ, ਰਹਿਮਤ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਾਡੇ ਬਾਬਾ ਜੀ ਜਸਬੀਰ ਸਿੰਘ ਜੀ ਬੈਠੇ ਹੋਏ ਨੇ, ਜਿਨ੍ਹਾਂ ਤੇ ਬੜੀ ਕਿਰਪਾ ਹੈ ਸਤਿਗੁਰੂ ਦੀ। ਇਹਨਾਂ ਸਾਹਮਣੇ ਹੁਣ ਅਸੀਂ ਆਖੀਏ ਕਿ ਗੁਰਬਾਣੀ ਦਾ ਵਿਆਕਰਨ ਰੱਖੀਏ, ਉਹ ਬੜਾ ਮੁਸ਼ਕਲ ਹੈ। ਤੇ ਮੈਂ 1-2 ਸ਼ਬਦ ਵੈਸੇ ਹੀ ਆਪ ਜੀ ਦੇ ਸਨਮੁਖ ਕੀਤੇ ਨੇ, ਨਹੀਂ ਤੇ ਨਹੀਂ ਸਮਰੱਥਾ ਨਹੀਂ ਕਿ ਉਸਤਾਦਾਂ ਸਾਹਮਣੇ ਕੋਈ ਅਸੀਂ ਸ਼ਬਦ ਬੋਲ ਸਕੀਏ। ਬਾਣੀ ਦੇ ਬਹੁਤ ਨੇ, ਜਦੋਂ ਬਾਣੀ ਪੜ੍ਹਦੇ ਨੇ ਫਿਰ ਅੱਖਰਾਂ ਦਾ ਪਤਾ ਲੱਗਦਾ ਹੈ। ਸੋ ਕਿਰਪਾ ਕਰਿਓ, ਆਸ਼ੀਰਵਾਦ ਦਿਓ, ਇਸੇ ਤਰ੍ਹਾਂ ਗੁਰਬਾਣੀ ਕਥਾ ਕੀਰਤਨ ਕਰਦੇ ਰਹੀਏ। ਆਪ ਜੀ ਦੇ ਪਿਆਰ ਸਦਕਾ ਸਭ ਕੁਝ ਹੈ ਗੁਰਮੁਖ। ਆਓ ਹੁਣ ਆਨੰਦ ਸਾਹਿਬ ਜੀ ਦਾ ਜਾਪ ਕਰੀਏ ਸਾਰੀਆਂ ਸੰਗਤਾਂ। ਉਪਰੰਤ ਅਰਦਾਸ ਬੇਨਤੀ ਹੁਕਮਨਾਮਾ, ਫਿਰ ਅਗਲਾ ਪ੍ਰੋਗਰਾਮ ਬਾਬਾ ਜੀ ਆਪ ਜੀ ਨੂੰ ਦੱਸਣਗੇ। ਆਓ ਸਾਰੇ ਜਣੇ ਪੜੋ, ਅਰਦਾਸ ਬੇਨਤੀ ਕਰਿਓ ਕਿ ਮਾਤਾ ਸੁਰਜੀਤ ਕੌਰ ਜੀਆਂ ਨੂੰ ਸਤਿਗੁਰੂ ਜੀ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣ, ਪਿੱਛੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ, ਦੇਸਾਂ ਪ੍ਰਦੇਸਾਂ 'ਚ ਬੱਚਿਆਂ ਨੂੰ ਚੜ੍ਹਦੀ ਕਲਾ ਦੀ ਮਹਾਰਾਜ ਜੀ ਦਾਤ ਬਖਸ਼ਣ। ਆਓ ਸਾਰੀਆਂ ਸੰਗਤਾਂ ਬਾਣੀ ਦਾ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣਿਆ। ਸ਼ਬਦੋ ਤਗਾਵੋ ਹਰੀ ਕੇਰਾ ਮਨ ਜਨੀਵਾ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰੋ ਤੂੰ ਮਨ ਮੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ। ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਏ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ। ਸਦਾ ਕੁਰਬਾਨ ਕੀਤਾ ਗੁਰ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰ। ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੈ। ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆਂ। ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰ। ਤੁਰ ਕਰਮ ਪਾਇਆ ਤੁਧ ਜਨ ਪੋਸੇ ਨਾਮ ਹਰ ਕੈ ਲਾਗ। ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ। ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ। ਸੁਨਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ